ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਹੱਸਦੇ ਹੋਏ ਚਿਹਰਿਆਂ ਦੇ ਪਿੱਛੇ ਅਕਸਰ ਹੀ ਡੂੰਘੇ ਗਮ ਲੁਕੇ ਹੁੰਦੇ ਨੇ। ਮੁਸਕਰਾਉਂਦੇ ਚਿਹਰਿਆਂ ਦੇ ਪਿੱਛੇ ਉਹ ਕਿੰਨੇ ਗਮਗੀਨ ਹੋ ਸਕਦੇ ਨੇ, ਇਹ ਗੱਲ ਸੁਸ਼ਾਂਤ ਸਿੰਘ ਰਾਜਪੂਤ ਨੇ ਸਾਬਤ ਕਰ ਦਿੱਤੀ ਹੈ। ਬਾਲੀਵੁੱਡ ਦੇ ਲਈ ਇੱਕ ਹੋਰ ਘਾਟਾ ਪਿਆ। ਐਤਵਾਰ ਨੂੰ ਇੱਕ ਹੋਰ ਘਾਟੇ ਦੀ ਖਬਰ ਆਈ ਹੈ। ਸੁਸ਼ਾਂਤ ਸਿੰਘ ਰਾਜਪੂਤ ਉਹਨਾਂ ਨੇ ਆਪਣੀ ਰਿਹਾਇਸ਼ ਤੇ ਖੁਦ ਨੂੰ ਜੋ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। 34 ਸਾਲਾ ਸੁਸ਼ਾਂਤ ਰਾਜਪੂਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਖਰੀ ਵਾਰ ਉਹਨਾਂ ਨੂੰ ਸ਼ਿਸ਼ੋਰੇ ਫਿਲਮ ਦੇ ਵਿੱਚ ਦੇਖਿਆ ਗਿਆ ਸੀ। ਅਲੱਗ-ਅਲੱਗ ਫਿਲਮਾਂ ਦੇ ਵਿੱਚ ਇਸ ਦੇ ਨਾਲ ਹੀ ਟੀਵੀ ਸੀਰੀਅਲਸ ਦੇ ਵਿੱਚ ਵੀ ਉਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਫਿਲਹਾਲ ਜਿਹੜੇ ਕਾਰਨਾਂ ਦੀ ਜੇਕਰ ਗੱਲ ਕੀਤੀ ਜਾਵੇ, ਪੋਸਟਮਾਰਟਮ ਅੱਜ ਕੀਤਾ ਗਿਆ, ਜਿਸ ਦੇ ਵਿੱਚ ਨਿਕਲ ਕੇ ਇਹ ਸਾਹਮਣੇ ਆਇਆ ਹੈ ਕਿ ਦਮ ਘੁੱਟਣ ਨਾਲ ਉਹਨਾਂ ਦੀ ਮੌਤ ਹੋਈ ਹੈ। ਜੇਕਰ ਉਹਨਾਂ ਦੇ ਦੋਸਤਾਂ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਡਿਪਰੈਸ਼ਨ ਇਸ ਦਾ ਇੱਕ ਕਾਰਨ ਸੀ, ਕਿਉਂਕਿ ਉਹਨਾਂ ਨੇ ਕਿਹਾ ਕਿ 6 ਮਹੀਨੇ ਤੋਂ ਜੋ ਸੁਸ਼ਾਂਤ ਸਿੰਘ ਰਾਜਪੂਤ ਸੀ ਉਹ ਆਪਣਾ ਡਿਪਰੈਸ਼ਨ ਦਾ ਇਲਾਜ ਕਰਵਾ ਰਹੇ ਸੀ। ਸੋ ਇਸੇ ਦੇ ਚੱਲਦਿਆਂ ਫਿਲਹਾਲ ਜਿਹੜਾ ਕਾਰਨ ਹੈ ਉਹ ਡਿਪਰੈਸ਼ਨ ਦਾ ਹੀ ਮੰਨਿਆ ਜਾ ਰਿਹਾ ਹੈ। ਇਸ ਦੇ ਉੱਪਰ तमाम ਜਿਹੜੀਆਂ ਹਸਤੀਆਂ ਨੇ ਉਹਨਾਂ ਨੇ ਵੀ ਦੁੱਖ ਜ਼ਾਹਰ ਕੀਤਾ ਹੈ। ਆਪਣੇ ਆਪਣੇ ਵਿਚਾਰ ਉਹਨਾਂ ਵੱਲੋਂ ਜ਼ਰੂਰ ਪ੍ਰਗਟ ਕੀਤੇ ਗਏ ਨੇ, ਕਿਉਂਕਿ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਲ ਦੇ ਵਿੱਚ ਕੋਈ ਗੱਲ ਲੁਕੀ ਹੋਈ ਸੀ ਉਹ ਸਾਨੂੰ ਦੱਸ ਦਿੰਦਾ ਤਾਂ ਅਸੀਂ ਉਸ ਦੇ ਵਿੱਚ ਜ਼ਰੂਰ ਉਸ ਦੀ ਮਦਦ ਕਰ ਸਕਦੇ ਸੀ। ਤੇ ਇਸੇ ਦੇ ਨਾਲ ਹੀ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ 9 ਜੂਨ ਨੂੰ ਜੋ ਉਹਨਾਂ ਦੀ ਐਕਸ ਮੈਨੇਜਰ ਦਿਸ਼ਾ ਸੀ, ਉਹਨਾਂ ਨੇ ਵੀ ਇਮਾਰਤ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਸੋ ਉਸ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਸੁਸ਼ਾਂਤ ਸਿੰਘ ਰਾਜਪੂਤ ਨੇ ਜ਼ਰੂਰ ਕੀਤਾ ਸੀ। ਉਹਨਾਂ ਦੇ ਸੋਸ਼ਲ ਮੀਡੀਆ ਦੀ ਆਖਰੀ ਪੋਸਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੰਸਟਾਗ੍ਰਾਮ ਦੇ ਉੱਪਰ ਉਹਨਾਂ ਦੀ ਆਖਰੀ ਪੋਸਟ ਸੀ। 2002 ਦੇ ਵਿੱਚ ਮਾਂ ਦਾ ਦੇਹਾਂਤ ਹੋਇਆ ਸੀ, ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਨੇ ਪੋਸਟ ਪਾਈ ਸੀ, ਜਿੱਥੇ ਆਪਣੇ ਦੁੱਖ ਦਾ ਪ੍ਰਗਟਾਵਾ ਉਹਨਾਂ ਵੱਲੋਂ ਕੀਤਾ ਗਿਆ ਸੀ। ਸੋ ਜਿਹੜਾ ਸੁਸਾਈਡ ਨੋਟ ਹੈ ਜੇਕਰ ਉਸ ਦੀ ਗੱਲ ਕੀਤੀ ਜਾਵੇ ਤਾਂ ਉਹ ਪੁਲਿਸ ਨੂੰ ਨਹੀਂ ਮਿਲਿਆ, ਕਿਉਂਕਿ ਲਟਕਦੀ ਹੋਈ ਬੈਂਡਰਾ ਦੀ ਉਹਨਾਂ ਦੀ ਜੋ ਰਿਹਾਇਸ਼ ਹੈ ਜਿੱਥੋਂ ਇਕੱਲੇ ਰਿਹਾ ਕਰਦੇ ਸੀ ਉੱਥੇ ਲਾਸ਼ ਮਿਲੀ ਹੈ। ਜਿਹੜਾ ਨੌਕਰ ਉੱਥੇ ਕੰਮ ਕਰਦਾ ਸੀ ਉਹਨੇ ਪੁਲਿਸ ਨੂੰ ਫੋਨ ਦੇ ਉੱਪਰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਉਹਨਾਂ ਦੇ ਫਲੈਟ ਦੇ ਵਿੱਚ ਪਹੁੰਚੀ। ਜਾਣਕਾਰੀ ਉਹਨਾਂ ਵੱਲੋਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਦੇ ਨਾਲ ਹੀ ਜੇਕਰ ਸੁਸ਼ਾਂਤ ਸਿੰਘ ਰਾਜਪੂਤ ਦੇ ਐਕਟਿੰਗ ਤੇ ਇਸ ਦੇ ਨਾਲ ਹੀ ਇੰਡਸਟਰੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਟੀਵੀ ਜਗਤ ਦੇ ਨਾਲ ਕੀਤੀ ਗਈ। ਉਸ ਤੋਂ ਬਾਅਦ ਜੋ ਪ੍ਰਸਿੱਧੀ ਉਹਨਾਂ ਨੂੰ ਟੀਵੀ ਸੀਰੀਅਲ ਜੋ ਏਕਤਾ ਕਪੂਰ ਦਾ ਸੀ ਪਵਿੱਤਰ ਰਿਸ਼ਤਾ ਉਸ ਦੇ ਨਾਲ ਮਿਲੀ। ਉਸ ਤੋਂ ਬਾਅਦ ਫਿਲਮੀ ਜਗਤ ਦੇ ਵਿੱਚ ਵੀ ਕਦਮ ਰੱਖਿਆ ਗਿਆ। ਐਕਟਿੰਗ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਾਂਸ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਇਸ ਐਕਟਿੰਗ ਦੇ ਜਨੂੰਨ ਨੂੰ ਪੂਰਾ ਕਰਨ ਵਾਸਤੇ ਹੀ ਉਹ ਦਿੱਲੀ ਆ ਗਏ ਸੀ ਤੇ ਦਿੱਲੀ ਵਿੱਚ ਉਹਨਾਂ ਨੇ ਜੋ ਡਾਂਸ ਕਲਾਸਿਸ ਸੀ ਉਹਨਾਂ ਨੂੰ ਵੀ ਜੁਆਇਨ ਕੀਤਾ ਸੀ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਦਾਖਲਾ ਲਿਆ ਸੀ। ਸਭ ਤੋਂ ਵੱਡੇ ਪ੍ਰਸ਼ੰਸਕ ਉਹ ਸ਼ਾਹਰੁਖ ਖਾਨ ਦੇ ਸੀ, ਕਿਉਂਕਿ ਸੁਸ਼ਾਂਤ ਖੁਦ ਦੱਸਦੇ ਰਹੇ ਨੇ ਕਿ ਅਕਸਰ ਹੀ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਦੇ ਡਾਇਲੌਗ ਸੀ ਉਹਨਾਂ ਵੱਲੋਂ ਬੋਲ ਕੇ ਰਿਹਰਸਲ ਉਹਨਾਂ ਦੀ ਸ਼ੀਸ਼ੇ ਦੇ ਮੂਹਰੇ ਕੀਤੀ ਜਾਂਦੀ ਸੀ। ਪਹਿਲਾ ਪਿੱਠਵਰਤੀ ਜੋ ਡਾਂਸਰ ਉਸਦੇ ਤੌਰ ਦੇ ਉੱਪਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਦੇਖਿਆ ਗਿਆ। ਜੇਕਰ ਧੂਮ ਫਿਲਮ ਦੇ ਗਾਣੇ ਦੀ ਕੀਤੀ ਜਾਵੇ, ਧੂਮ ਵੰਸ ਅਗੇਨ ਦੀ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜੋ ਉੱਥੇ ਉਹਨਾਂ ਵੱਲੋਂ ਪਿੱਠਵਰਤੀ ਜੋ ਡਾਂਸਰ ਸੀ ਉਸਦੇ ਤੌਰ ਦੇ ਵਿੱਚ ਕੰਮ ਕੀਤਾ ਗਿਆ ਸੀ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਫਿਲਮ ਜਿਹੜੀ ਬਾਲੀਵੁੱਡ ਦੇ ਵਿੱਚ ਕਾਈ ਪੋਚੇ ਮਿਲੀ ਸੀ, ਉਸ ਦੇ ਨਾਲ ਇੰਨੀ ਪ੍ਰਸਿੱਧੀ ਨਹੀਂ ਮਿਲੀ ਜਿੰਨੀ ਕਿ ਉਹਨਾਂ ਨੂੰ ਮਹਿੰਦਰ ਸਿੰਘ ਧੋਨੀ ਦੇ ਜੀਵਨ ਦੇ ਉੱਪਰ ਜੋ ਆਧਾਰਿਤ ਬਾਇਓਗ੍ਰਾਫੀ ਸੀ ਉਸ ਦੇ ਵਿੱਚ ਕਿਰਦਾਰ ਨਿਭਾਉਣ ਤੋਂ ਮਿਲੀ ਹੈ। ਸੋ ਇਸ ਦੇ ਨਾਲ ਹੀ ਉਹਨਾਂ ਨੇ ਮਹਿੰਦਰ ਸਿੰਘ ਦਾ ਅਨਟੋਲਡ ਸਟੋਰੀ ਜਿਹੜੀ ਬਾਇਓਗ੍ਰਾਫੀ ਸੀ ਧੋਨੀ ਦੇ ਉੱਪਰ ਉਸ ਦੇ ਵਿੱਚ ਵੀ ਕੰਮ ਕੀਤਾ। ਸ਼ਿਸ਼ੋਰੇ ਫਿਲਮ ਦੇ ਵਿੱਚ ਉਹਨਾਂ ਵੱਲੋਂ ਕੰਮ ਕੀਤਾ ਗਿਆ। ਕੇਦਾਰਨਾਥ ਫਿਲਮ ਦੇ ਵਿੱਚ ਵੀ ਕੰਮ ਕੀਤਾ ਗਿਆ। ਅਜਿਹੀਆਂ ਬਹੁਤ ਸਾਰੇ ਟੀਵੀ ਸੀਰੀਅਲਸ ਤੇ ਫਿਲਮਾਂ ਨੇ ਜਿਸ ਦੇ ਵਿੱਚ ਉਹਨਾਂ ਦੀ ਅਦਾਕਾਰੀ ਸਭ ਨੂੰ ਦੇਖਣ ਨੂੰ ਮਿਲੀ ਸੀ। ਸੋ ਇਸ ਦੇ ਨਾਲ ਹੀ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਵੀ ਕਿਹਾ ਕਿ ਇੱਕ ਚਮਕਦਾ ਹੋਇਆ ਸਿਤਾਰਾ ਬਹੁਤ ਛੇਤੀ ਜਿਹੜਾ ਹੈ ਉਹ ਚਲਾ ਗਿਆ ਹੈ। ਸ਼ੁਰੂਆਤ ਜਿਹੜੀ ਚਾਹੇ ਉਹਨਾਂ ਵੱਲੋਂ ਟੀਵੀ ਸੀਰੀਅਲਸ ਦੇ ਨਾਲ ਕੀਤੀ ਗਈ ਸੀ, ਪਰ ਇੰਡਸਟਰੀ ਦੇ ਵਿੱਚ ਇੱਕ ਨਾਮਣਾ ਜ਼ਰੂਰ ਸੁਸ਼ਾਂਤ ਸਿੰਘ ਰਾਜਪੂਤ ਖੱਟ ਚੁੱਕੇ ਸੀ। ਸੋ ਅਜਿਹੇ ਦੇ ਵਿੱਚ ਉਹਨਾਂ ਦੀ ਇੱਕ ਘਰ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਸੁਪਨਿਆਂ ਦਾ ਘਰ ਸੁਸ਼ਾਂਤ ਸਿੰਘ ਰਾਜਪੂਤ ਦਾ ਦੇਖਣ ਨੂੰ ਮਿਲ ਰਿਹਾ, ਕਿਉਂਕਿ ਉਸ ਦੇ ਵਿੱਚ ਜੋ ਮਿਹਨਤ ਦੇ ਨਾਲ ਉਹਨਾਂ ਨੇ ਘਰ ਬਣਾਇਆ ਉਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਉਹ ਨਜ਼ਰ ਆਏ। ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਆ ਉਸ ਵੀਡੀਓ ਦੇ ਉੱਪਰ ਕਿ ਕਿਸ ਤਰ੍ਹਾਂ ਦਾ ਸੀ ਸੁਸ਼ਾਂਤ ਸਿੰਘ ਰਾਜਪੂਤ ਦਾ ਸੁਪਨਿਆਂ ਦਾ ਘਰ। I remember when I was actually making the decision of getting this house. I was shooting for a film in Budapest and I saw the video from there, and from there I decided to get this house. And it was really waiting to get here to actually experience being in this house. So guys, this is my living room.
So I define my living room as a time traveling room because there are different stories here, condensed in different forms, talking about different history, future, everything. These pictures here are very interesting, fascinating, ancient pictures. And if you look closely into any other picture, it actually tells you a completely old, fascinating story. Guys, let me take you to a room where I actually think. Come. मेरे पास बहुत सारे इंटरेस्टिंग गुफ्तगू करने के लिए राइटर्स हैं जिन्होंने कुछ लिख दिए तो मैं पढ़ता रहता हूँ, उनसे बात करता रहता हूँ. This is the study table and I like yellow. I love yellow. And that's why I wanted my study table to be yellow. And by the way, this is my time machine. This is the telescope called MIADI 600. And you can see Saturn rings, Jupiter moons, and actually different galaxies, Andromeda also, when the sky is clear. फज है जो मैं कैसा भी रहूं वो मुझे एक जैसा ही ट्रीट करता है, तो फॉरएवरनेस की जो फीलिंग है वो रहती है इसके साथ. I remember when I was in like 3rd or 4th grade and we used to get these miniature cars in Noodles Man, and I got this Maserati, so I wanted to buy that car and finally got that car. So yeah, same color, blue. Well, it's still, the miniature is still with me and it still is very precious. So guys, let me take you over the moon, both literally and metaphorically. Are you ready? Those are the pictures from NASA, actually. So this is when I visited. I got myself a uniform, by the way. I always wanted to be an astronaut, and then I talked myself into becoming a pilot. Then I said, okay, engineer. And then I was confused, so I thought that let's be an actor and be everything. So this is the first dream. So one thing that I always dreamt to have at my place was a projector. Everything that I really like watching, playing, so I always wanted to buy this, and I got myself this. When I was thinking of doing the interior design of this place, so it was a mix of everything. So it wasn't to follow one, अच्छा इस तरीके का घर होना चाहिए, ऐसा pattern follow करना है. जिस तरीके से मेरे दिमाग में thoughts आते रहते हैं, if you look around, you get a feel of it. The kind of concoction is there in my mind. It's out there because it's just nothing, but yeah, also everything. इस घर में बहुत सारी ऐसी चीज़ें हैं जो जुगाड़ से बनी हैं, बहुत पुरानी हैं और जोड़ के तोड़ के बनाई गई हैं, तो मुझे बड़ा अच्छा लगता है ऐसी चीज़ें जो, जैसे मैं खुद भी, मेरा करियर भी बड़ा जोड़ तोड़ के बनाया हुआ है तो मैं बहुत रिलेट कर सकता हूँ. डिप्रेशन इसका एक कारण ਮੰਨਿਆ ਜਾ ਰਿਹਾ ਹੈ. ਸੁਸ਼ਾਂਤ ਸਿੰਘ ਰਾਜਪੂਤ ਨੇ ਜੋ ਖੁਦਕੁਸ਼ੀ ਕੀਤੀ ਹੈ, ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਇਹੀ ਆਇਆ ਕਿ ਦਮ ਘੁੱਟਣ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ. ਪਰ ਇੱਥੇ ਜਿੱਥੇ ਇੱਕ ਪਾਸੇ ਗੱਲ ਲਗਾਤਾਰ ਇਸ ਦੇ ਉੱਪਰ ਚੱਲਣੀ ਸ਼ੁਰੂ ਹੋ ਗਈ ਹੈ ਕਿ ਡਿਪਰੈਸ਼ਨ ਦੇ ਬਾਰੇ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇਕਰ ਸੁਸ਼ਾਂਤ ਰਾਜਪੂਤ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਸ਼ਾਇਦ ਇਸ ਬਾਰੇ ਪੂਰਨ ਤੌਰ ਦੇ ਉੱਪਰ ਜਾਣਕਾਰੀ ਨਹੀਂ ਸੀ ਕਿ ਕਿਸ ਦੌਰ ਦੇ ਵਿੱਚ ਉਹ ਕਿਸ ਤਰ੍ਹਾਂ ਗੁਜ਼ਰ ਰਹੇ ਸੀ, ਕਿਉਂਕਿ ਹੁਣ ਉਹਨਾਂ ਦੀ ਮੌਤ ਤੋਂ ਬਾਅਦ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋਣੇ ਵੀ ਸ਼ੁਰੂ ਹੋ ਗਏ ਨੇ, ਕਿਉਂਕਿ ਉਹਨਾਂ ਦੇ ਖੁਦ ਦੇ ਅੰਕਲ ਨੇ ਵੀ ਅਜਿਹੇ ਸਵਾਲ ਕੀਤੇ ਨੇ. ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦਾ ਬੇਟਾ ਹੈ ਉਹ ਖੁਦਕੁਸ਼ੀ ਵਰਗਾ ਕਦਮ ਨਹੀਂ ਚੁੱਕ ਸਕਦਾ, ਕਿਉਂਕਿ ਜਿੱਥੋਂ ਉੱਠ ਕੇ ਪਹੁੰਚਿਆ ਹੈ ਉਹ ਅਜਿਹਾ ਨਹੀਂ ਕਰ ਸਕਦਾ, ਬਲਕਿ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਦੇ ਪਿੱਛੇ ਸਾਜ਼ਿਸ਼ है, इस दे पिछे कुछ होर कारण है, क्योंकि आत्म हत्या सुशांत सिंह राजपूत नहीं कर सकते. सो की क्या उन्होंने सब तो पहला थानू ये सुना देंगे. हाँ, फोन आया दिल्ली से, मेरा बेटा किया कि सुशांत के बारे में न्यूज आ रहा है, आप लोग कहाँ हैं. मैंने टीवी खोल के देखा
एकदम टूट गए बॉस, उसको गोदी में खिलाया हम लोग। और बिहार का होनहार लड़का था, वो आत्महत्या नहीं कर सकता है। वो निश्चित रूप से एक साजिश है, बहुत बड़ी साजिश है। आप लोगों से, मीडिया कर्मी से मेरा आग्रह है कि वो बिहार का लाल उभरता हुआ कलाकार, एकमात्र वह स्टार था। स्टार कलाकार तो बहुत हुए, लेकिन वह स्टार था, सुपरस्टार था, उसकी हत्या की गई है। इससे पहले उसका मैनेजर का हत्या हुआ, चाहे जैसी जिस परिस्थिति में हो, उसको ऊपर इतना, उसको हमको लगता है कि उसको इतना माने प्रेशर किया गया है कि अब क्या है। लेकिन उसकी जांच हम मांग करते हैं परिवार के तरफ से। ये निश्चित रूप से कहीं न कहीं ये मामला जो है, ये कहीं से हम लोग को पछता नहीं है कि वो लड़का सुसाइड कर सकता है। ਪਰਿਵਾਰ ਵੱਲੋਂ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਿੱਥੇ ਬਾਲੀਵੁੱਡ ਜਗਤ ਦੇ ਨਾਲ ਜੁੜੀਆਂ ਹੋਈਆਂ तमाम ਹਸਤੀਆਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਕਿਉਂਕਿ ਲੋਕ ਉਹ ਵੀ ਉਹਨਾਂ ਨੂੰ ਚਾਹੁਣ ਵਾਲੇ ਸੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ। ਲੋਕ ਉਹ ਵੀ ਉਹਨਾਂ ਦੇ ਪ੍ਰਸ਼ੰਸਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਪਰਦੇ ਦੇ ਉੱਪਰ ਅਦਾਕਾਰੀ ਕਰਦੇ ਹੋਏ ਦੇਖਿਆ। ਸੋ ਅਜਿਹੇ ਦੇ ਵਿੱਚ ਸਿਆਸੀ ਜਿਹੜੇ ਪਾਰਟੀਆਂ ਦੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਨੇ ਜਿੱਥੇ ਆਪਣਾ ਦੁੱਖ ਵੀ ਜਤਾਇਆ। ਇਸ ਦੇ ਨਾਲ ਹੀ ਜੇਕਰ ਗੱਲ ਪੱਪੂ ਯਾਦਵ ਦੀ ਕੀਤੀ ਜਾਵੇ, ਉਹਨਾਂ ਨੇ ਵੀ ਇਸ ਦੇ ਉੱਪਰ ਸ਼ੰਕਾ ਜਤਾਈ ਹੈ। ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ CBI ਦੀ ਇਸ ਦੇ ਉੱਪਰ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ। ਸੋ ਪੱਪੂ ਯਾਦਵ ਨੇ ਕੀ ਕਿਹਾ, ਇਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। सुशांत जी को जितना मैं जानता हूं, उस परिवार को, आधा परिवार पूर्णिया, आधा ये लोग चौथम आ गए। एक ऐसा कर्मयोगी थे और एक अच्छे इंसान थे, और जो व्यक्ति नीचे से स्ट्रगल करके बिहार को गौरवान्वित किया था, बिहार अवसान में चला गया। मैं कल्पना नहीं कर सकता हूं। मेरा बेटा रणजी खेलता है और उन्होंने रो करके फोन किया, ये कैसे हो सकता है? मैं भारत सरकार से मांग करता हूं कि इसकी पूरी जांच हो। सुसाइड की है क्या? मैं अभी उस पर कुछ नहीं कह सकता हूं, लेकिन मुझे कहीं ना कहीं कोई न कोई गहरी साजिश लगती है। सुशांत सुसाइड नहीं कर सकता है। CBI इंक्वायरी मैं चाहता हूं। CBI जांच हर परिस्थिति में सुशांत की हत्या है, ये वो आत्महत्या नहीं कर सकता है। इसकी पूरी CBI जांच। ਦੁੱਖ ਇੰਨੇ ਵੱਡੇ ਕਦੋਂ ਤੋਂ ਹੋਣ ਲੱਗ ਪਏ ਕਿ ਇਸ ਦੇ ਕਾਰਨ ਸਾਨੂੰ ਐਡੇ ਵੱਡੇ ਕਦਮ ਚੁੱਕਣੇ ਪੈ ਗਏ? ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਇੱਥੇ ਗੱਲ ਸਿਰਫ ਸੁਸ਼ਾਂਤ ਸਿੰਘ ਰਾਜਪੂਤ ਦੀ ਨਹੀਂ, ਜਿਨ੍ਹਾਂ ਨੇ ਖੁਦਕੁਸ਼ੀ ਵਰਗਾ ਕਦਮ ਚੁਣਿਆ। ਇਹਨਾਂ ਲੌਕਡਾਊਨ ਦੇ ਦੌਰਾਨ ਬਹੁਤ ਸਾਰੇ ਐਕਟਰਸ TV ਨਾਲ ਜੁੜੇ ਹੋਏ ਚਿਹਰੇ ਸਾਨੂੰ ਦੇਖਣ ਨੂੰ ਮਿਲੇ ਨੇ, ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ, ਜਿਨ੍ਹਾਂ ਨੇ ਇਸ ਮੌਤ ਨੂੰ ਆਪਣੇ ਗਲੇ ਲਗਾ ਲਿਆ। ਸੋ ਇਸ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਨਪ੍ਰੀਤ ਗਰੇਵਾਲ ਦੀ। ਮਨਪ੍ਰੀਤ ਗਰੇਵਾਲ ਜਿਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਗਈ 15 ਮਈ ਨੂੰ, ਉਹਨਾਂ ਨੇ ਜੋ ਆਪਣੇ ਆਪ ਨੂੰ ਫਾਹਾ ਲਗਾਇਆ। ਇਸ ਦਾ ਕਾਰਨ ਜੇਕਰ ਗੱਲ ਕਰੀਏ ਉਸਦੀ, ਤਾਂ ਕਿਹਾ ਜਾ ਰਿਹਾ ਹੈ ਕਿ ਜੋ ਉਹਨਾਂ ਵੱਲੋਂ ਆਰਥਿਕ ਤੰਗੀ ਇਸ ਦਾ ਇੱਕ ਕਾਰਨ ਮੰਨਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੋਸਤ ਜਿਹੜੇ ਤੇ ਉਹਨਾਂ ਵੱਲੋਂ ਇੱਕ ਕਰਜ਼ਾ ਫੋਰਨ ਟ੍ਰਿਪ ਵਾਸਤੇ, ਵਿਦੇਸ਼ ਜਾਣ ਵਾਸਤੇ ਇੱਕ ਕਰਜ਼ਾ ਲਿਆ ਗਿਆ ਸੀ, ਉਸ ਦੀ ਅਦਾਇਗੀ ਨਹੀਂ ਕੀਤੀ ਜਾ ਸਕੀ। ਜਿਹੜੀਆਂ ਅੱਗੇ ਤੋਂ ਉਹਨਾਂ ਨੂੰ ਪੈਸਾ ਹੈ ਉਹ ਨਹੀਂ ਆਇਆ, ਜਿਸ ਤੋਂ ਬਾਅਦ ਉਹਨਾਂ ਨੇ ਮੌਤ ਨੂੰ ਚੁਣਨਾ ਬਿਹਤਰ ਸਮਝਿਆ। ਇਸ ਦੇ ਨਾਲ ਹੀ ਗੱਲ ਜੇਕਰ ਚਾਂਦਨਾ ਬੀਕੇ ਦੀ ਕੀਤੀ ਜਾਵੇ, ਚਾਂਦਨਾ ਬੀਕੇ ਜਿਹੜੀ ਹੈ ਉਹ ਇੱਕ ਕੰਨੜ ਅਭਿਨੇਤਰੀ ਹੈ, TV ਦੇ ਨਾਲ ਜੁੜੀ ਹੋਈ ਪਰਸਨੈਲਿਟੀ ਹੈ। ਸੋ ਉਹਨਾਂ ਨੇ ਵੀ ਮੌਤ ਨੂੰ ਆਪਣੇ ਗਲੇ ਲਗਾਇਆ, ਉਹਨਾਂ ਨੇ ਵੀ ਖੁਦਕੁਸ਼ੀ ਦਾ ਰਾਹ ਚੁਣਿਆ। ਸੋ ਖੁਦਕੁਸ਼ੀ ਦਾ ਜਿਹੜਾ ਰਾਹ, ਉਸ ਦਾ ਕਾਰਨ ਜੋ ਉਹਨਾਂ ਦਾ ਜੋ ਬॉयफ्रेंड ਸੀ ਉਹ ਮੰਨਿਆ ਜਾ ਰਿਹਾ, ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਜਦ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਵੀਡੀਓ ਬਣਾਈ ਗਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਮ ਚਾਹਤੇ ਥੇ ਮੈਂ ਮਰ ਜਾऊं, लो मैं मर रही हूँ। सो एक वीडियो उन्होंने वालों जारी करके उस तो बाद जो खुदकुशी जिहा कदम चुकिया गया। इस दे नाल ही एक होर नाम है जो प्रेषका मेहता दा, जिन्होंने क्राइम पेट्रोल दे विच देखा गया। उन्होंने 25 मई इंदौर नूं जो
ਆਪਣੇ ਆਪ ਨੂੰ ਆਤਮ ਹੱਤਿਆ ਉਹਨਾਂ ਵੱਲੋਂ ਕਰ ਲਈ ਗਈ। ਸੋ ਇਸ ਦਾ ਜਿਹੜਾ ਕਾਰਨ ਹੈ ਇਹ ਮੰਨਿਆ ਗਿਆ। ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਸੋ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸੁਪਨੇ ਨਹੀਂ ਪੂਰੇ ਹੋ ਰਹੇ, ਇਸ ਦੇ ਕਾਰਨ ਉਹਨਾਂ ਦਾ ਕੌਨਫੀਡੈਂਸ ਬਹੁਤ ਜ਼ਿਆਦਾ ਹੇਠਾਂ ਡਿੱਗ ਚੁੱਕਿਆ ਹੈ। ਸੋ ਆਪਣੇ ਮਰੇ ਹੋਏ ਸੁਪਨਿਆਂ ਦੇ ਨਾਲ ਉਹ ਨਹੀਂ ਜੀ ਸਕਦੇ, ਇਸ ਕਰਕੇ ਉਹ ਆਤਮ ਹੱਤਿਆ ਵਰਗਾ ਜੋ ਖੁਦਕੁਸ਼ੀ ਵਰਗਾ ਹੈ ਉਹ ਰਾਹ ਅਪਣਾ ਰਹੇ ਨੇ। ਸੋ ਇਹ ਪ੍ਰੇਸ਼ਕਾ ਵੱਲੋਂ ਕੀਤਾ ਗਿਆ। ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਇੱਕ ਡਿਪਰੈਸ਼ਨ ਦੇ ਕਰਕੇ ਜਾਂ ਆਪਣੇ ਸੁਪਨੇ ਟੁੱਟਣ ਕਰਕੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਖੁਦਕੁਸ਼ੀ ਦਾ ਰਾਹ ਚੁਣ ਲੈਂਦੇ ਨੇ। ਸੋ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਸੁਸਾਈਡ ਨੋਟ ਲਿਖ ਕੇ ਦੇ ਦਿੱਤਾ ਜਾਂਦਾ ਹੈ, ਕਿਉਂਕਿ ਜੇਕਰ ਪ੍ਰੇਸ਼ਕਾ ਦੀ ਹੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਨੇ ਇਹ ਲਿਖਿਆ ਕਿ ਉਹਨਾਂ ਦੇ ਸੁਪਨੇ ਟੁੱਟ ਗਏ, ਜਿਸ ਦੇ ਨਾਲ ਉਹਨਾਂ ਦਾ ਕੌਨਫੀਡੈਂਸ ਹੇਠਾਂ ਡਿੱਗ ਗਿਆ। ਸੋ ਇਸ ਦੇ ਨਾਲ ਹੀ ਜੋ ਕਿਸੇ ਦਾ ਕਾਰਨ ਜੋ ਪ੍ਰੇਮ ਸੰਬੰਧ ਹੁੰਦੇ ਨੇ, ਕਿਸੇ ਦਾ ਕਾਰਨ ਡਿਪਰੈਸ਼ਨ ਹੁੰਦਾ ਹੈ, ਪਰ ਗੱਲ ਇੱਥੇ ਇਹੀ ਆ ਕੇ ਮੁੱਕਦੀ ਹੈ ਕਿ ਜਦ ਤੱਕ ਜੇ ਡਿਪਰੈਸ਼ਨ ਦੀ ਵੀ ਗੱਲ ਕੀਤੀ ਜਾਵੇ ਤਾਂ ਜਦ ਤੱਕ ਅਸੀਂ ਚੀਜ਼ਾਂ ਨੂੰ ਆਪਣੇ ਅੰਦਰ ਘੁੱਟਦੇ ਰਵਾਂਗੇ, ਜਦ ਤੱਕ ਉਹਨਾਂ ਨੂੰ ਅਸੀਂ ਕਿਸੇ ਦੇ ਨਾਲ ਸਾਂਝਾ ਨਹੀਂ ਕਰਾਂਗੇ, ਸੋ ਤਦ ਤੱਕ ਉਹ ਸਾਨੂੰ ਅੰਦਰੋਂ ਅੰਦਰੀ ਖੋਖਲਾ ਕਰਦੇ ਜਾਣਗੇ। ਕਿਉਂਕਿ ਬਹੁਤ ਸਾਰੇ ਇਸ ਦੇ ਕਾਰਨ ਨੇ, ਕਿਉਂਕਿ ਡਿਪਰੈਸ਼ਨ ਅਜਿਹੀ ਚੀਜ਼ ਹੈ ਜਿਸ ਦੇ ਬਾਰੇ ਅੱਜ ਹਰ ਕੋਈ ਬੋਲ ਰਿਹਾ ਹੈ, ਉਸ ਦੇ ਬਾਰੇ ਕੋਈ ਝਿਜਕ ਨਹੀਂ ਰਿਹਾ, ਕਿਉਂਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਕੋਈ ਜ਼ਰੂਰ ਹੋਣਾ ਚਾਹੀਦਾ ਹੈ, ਤੁਹਾਡੇ ਪਰਿਵਾਰ ਦੇ ਨਾਲ ਚਾਹੇ ਕੋਈ ਸੰਬੰਧਿਤ ਹੋਵੇ, ਤੁਹਾਡਾ ਜੋ ਮਾਂ ਹੈ ਉਹ ਹੋ ਸਕਦੀ ਹੈ, ਤੁਹਾਡੇ ਪਿਤਾ ਹੋ ਸਕਦੇ ਨੇ, ਤੁਹਾਡਾ ਭਰਾ ਹੋ ਸਕਦਾ ਹੈ, ਤੁਹਾਡੀ ਭੈਣ ਹੋ ਸਕਦੀ ਹੈ, तमाम ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਨੂੰ ਸਾਂਝੀ ਕਰ ਸਕਦੇ ਹੋ, ਬਜਾਏ ਇਹ ਸੋਚੇ ਕਿ ਉਹ ਕੀ ਕਹਿਣਗੇ। ਜੇ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਆਪਣੀ ਗੱਲ ਕਿਸੇ ਦੇ ਨਾਲ ਸਾਂਝੀ ਕਰੋਗੇ ਤਾਂ ਸਾਹਮਣੇ ਤੋਂ ਸ਼ਾਇਦ ਉਹ ਤੁਹਾਨੂੰ ਗਲਤ ਤਰੀਕੇ ਦੇ ਨਾਲ ਸਮਝੇਗਾ, ਸੋ ਸਭ ਤੋਂ ਵਧੀਆ ਇੱਕ ਚੀਜ਼ ਹੁੰਦੀ ਹੈ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਸਾਂਝੀ ਨਹੀਂ ਕਰ ਸਕਦੇ ਤਾਂ ਇੱਕ ਡਾਇਰੀ, ਇੱਕ ਪੈਨ, ਉਸ ਦੇ ਨਾਲ ਜੋ ਆਪਣੀਆਂ ਭਾਵਨਾਵਾਂ ਨੇ ਜਾਂ ਤੁਹਾਡੀ ਜ਼ਿੰਦਗੀ ਦਾ ਜੋ ਵੀ ਉਤਾਰ ਚੜਾਵ ਚੱਲ ਰਹੇ ਨੇ ਉਹਨਾਂ ਨੂੰ ਲਿਖ ਲਿਓ, ਕਿਉਂਕਿ ਹਰ ਵਿਅਕਤੀ ਦਾ ਇੱਕ ਉਹਦੇ ਕੋਲ ਹੁੰਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਗੁੱਸੇ ਨੂੰ ਜਾਂ ਫਿਰ ਆਪਣੀ ਦਿਲ ਦੀ ਭਾਵਨਾ ਨੂੰ ਬਾਹਰ ਕੱਢ ਸਕਦਾ ਹੈ। ਕੁਝ ਬੋਲ ਲੈਂਦੇ ਨੇ, ਕੁਝ ਚੁੱਪ ਰਹਿ ਲੈਂਦੇ ਨੇ, ਕੁਝ ਲਿਖ ਲੈਂਦੇ ਨੇ, ਪਰ ਇਸ ਦੇ ਵਿੱਚ ਜੋ ਸਭ ਤੋਂ ਬੁਰਾ ਹੁੰਦਾ ਹੈ ਉਹ ਚੁੱਪ ਰਹਿ ਜਾਣਾ ਹੁੰਦਾ ਹੈ। ਆਪਣੀ ਗੱਲ ਜਿਹੜੀ ਹੈ ਉਹ ਬਾਹਰ ਕੱਢੋ, ਖੁੱਲ੍ਹ ਕੇ ਦੂਸਰਿਆਂ ਨਾਲ ਗੱਲ ਕਰੋ, ਕਿਉਂਕਿ ਡਿਪਰੈਸ਼ਨ ਦੇ ਨਾਲ ਤੁਸੀਂ ਕਦੋਂ ਤੱਕ ਅੰਦਰੋਂ ਅੰਦਰੀ ਘੁੱਟਦੇ ਰਹੋਗੇ। ਕਿਉਂਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਵੀ ਕਾਰਨ ਫਿਲਹਾਲ ਜਿਹੜਾ ਉਹਨਾਂ ਦੀ ਮੌਤ ਦਾ ਕਾਰਨ ਇਹੀ ਮੰਨਿਆ ਜਾ ਰਿਹਾ ਕਿ ਡਿਪਰੈਸ਼ਨ, ਕਿਉਂਕਿ 6 ਮਹੀਨੇ ਤੋਂ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ। ਸੋ ਇਹ ਸਫ਼ਰ ਸੀ ਸੁਸ਼ਾਂਤ ਸਿੰਘ ਰਾਜਪੂਤ ਦਾ, ਜਿਨ੍ਹਾਂ ਨੇ ਖੁਦਕੁਸ਼ੀ ਕਰ ਲਈ ਬੈਂਡਰਾ ਦੇ ਆਪਣੇ ਘਰ ਦੇ ਵਿੱਚ, ਜਿਸ ਦੀ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹ ਵੀ ਇਹੀ ਚਾਹੁੰਦੇ ਨੇ ਕਿ ਜਾਂਚ ਕੀਤੀ ਜਾਵੇ। ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ।